मोहम्मद तुफैल पर जर्मनी की मुमताज़ सियासी और समाजी शख्सियत हैं। पाक जर्मन कल्चर सोसाइटी के सदर हैं। 1975 से जर्मनी में मुकीम हैं। गोया वो जर्मनी में पाकिस्तानी कम्युनिटी की तारीख है। मुतदल मिजाज और सुलझो इंसान है। पाकिस्तानी कम्युनिटी में इत्तेहाद के ख्वाहां हैं। जर्मनी में पाकिस्तानी कम्युनिटी के मसाइल पर जज्बा न्यूज़ से खसूसी गुफ्तगू करते हुए इन्होंने कहा, सन 75 ਚ ਮੈਂ ਇੱਥੇ ਜਰਮਨੀ 'ਚ ਆਇਆ ਅਤੇ 73 ਦੇ ਵਿੱਚ ਘਰੋਂ ਨਿਕਲਿਆ, ਲੇਕਿਨ 75 'ਚ ਇੱਥੇ ਪਹੁੰਚਿਆ। ਅਤੇ ਉਸ ਵਕਤ ਬਹੁਤ ਥੋੜ੍ਹੇ ਬੰਦੇ ਹੁੰਦੇ ਸਨ, ਆਪਣੀ ਕਮਿਊਨਿਟੀ ਜਿਹੜੀ ਬਹੁਤ ਘੱਟ ਹੁੰਦੀ ਸੀ, ਖਾਸ ਕਰ ਛੋਟਿਆਂ ਸ਼ਹਿਰਾਂ ਦੇ ਵਿੱਚ। ਅਤੇ ਉਹ ਕ੍ਰਾਈਸ ਉੱਥੇ ਹੀ ਪਈ ਛੋਟੇ ਸ਼ਹਿਰ ਦੇ ਵਿੱਚ। ਅਤੇ ਸਾਡੇ ਤੋਂ ਪਹਿਲੇ ਉੱਥੇ ਕੋਈ ਬੰਦਾ ਨਹੀਂ ਸੀ। ਇੱਕ ਡਾਕਟਰ, ਉਹ ਵੀ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਕੁਝ 2-3 ਮਹੀਨੇ ਤੋਂ ਬਾਅਦ ਕਿ ਇੱਥੇ ਪਾਕਿਸਤਾਨੀ ਡਾਕਟਰ ਹੈ। ਅਤੇ ਜ਼ੁਬਾਨ ਦੀ ਬੜੀ ਸਖਤ ਪ੍ਰੋਬਲਮ ਸੀ। ਫਿਰ ਇਹਨਾਂ ਦਾ ਕਲਚਰ ਇਹ ਸਾਡੇ ਤੋਂ ਬਿਲਕੁਲ ਮੁਖਤਲਿਫ ਸੀ। ਅੱਤਾ ਕਿ ਇੱਕ ਵਾਕਿਆ ਸੁਣਾਉਣਾ ਕਿ ਕੂੜਾ ਸਾਡੇ ਘਰ ਇਕੱਠਾ ਹੋ ਗਿਆ ਨਾ, ਜਿਸੇ ਇਕੱਠਾ ਹੋ ਗਿਆ ਤਾਂ ਉਹ ਦੋਸਤ ਨੇ ਕਿਹਾ ਇਹਦਾ ਹੁਣ ਕੀ ਬੰਦੋਬਸਤ ਕਰਨਾ। ਉਹ ਲੈ ਕੇ ਪਿਆਰਾ ਸਾਹਿਬ ਅਸੀਂ ਬਾਹਰ ਜੰਗਲ ਵੇਖਿਆ, ਜੰਗਲ 'ਚ ਫੈਂਕ ਹੈ। ਉਹ 2-4 ਦਿਨ ਬਾਅਦ ਫਿਰ ਦੁਬਾਰਾ ਉਹ ਕੂੜਾ ਇਕੱਠਾ ਹੋ ਗਿਆ, ਫਿਰ ਅਸੀਂ ਸੁੱਟਿਆ। ਉਹ ਵਾਪਸੀ ਆਏ, ਗੱਡੀ 'ਤੇ ਪਿਆ ਵੀ ਹੈ। ਅਤੇ ਇੱਕ ਬੰਦੇ ਨੇ ਗੱਡੀ ਨੂੰ ਰੋਕਿਆ, ਉਹਨੂੰ ਪੁੱਛਿਆ ਵੀ ਕੀ ਗੱਲ ਹੈ। ਉਹਨੇ ਆਖਿਆ ਕੂੜਾ ਤੁਹਾਂ ਸੁੱਟਿਆ। ਅਸਾਂ ਕਿ ਯਾਰ ਸਾਨੂੰ ਨਹੀਂ ਤੇਰੀ ਸਮਝ ਆਉਂਦੀ ਕਿ ਕੀ ਤੂੰ ਪਿਆ ਹੁੰਦਾ। ਸਮਝਦੇ ਅਸੀਂ ਕਹੇ ਕਿ ਇਹ ਕੋਈ ਸਰਕਾਰੀ ਬੰਦਾ ਜਿਹੜਾ ਸਵਾਲ ਪਿਆ ਕਰਦਾ। ਬਾਹਰ ਗਿਆ, ਅਸੀਂ ਉਹਦੇ ਅੱਗੇ ਮਾਜ਼ਰਤ ਕਰ ਲਈ। ਉਹ ਘਰ ਆਏ ਅਤੇ ਪੁਲਿਸ ਆ ਗਈ। ਪੁਲਿਸ ਆਈ ਉਹਨੂੰ ਪੁੱਛਿਆ ਉਹ ਜੀ ਕਿੱਧਰ ਆਏ। ਉਹਨਾਂ ਆਖਿਆ ਜੀ ਉਹ ਕੂੜਾ ਤੁਸੀਂ ਸੁੱਟਿਆ ਉੱਥੇ। ਅਸਾਂ ਆਖਿਆ ਜੀ ਬਿਲਕੁਲ ਅਸੀਂ ਉੱਥੇ ਸੁੱਟਿਆ। ਉਹਨਾਂ ਆਖਿਆ ਤੁਹਾਨੂੰ ਪਤਾ ਹੈ ਜਰਮਨ ਹੈ ਅਤੇ ਇੱਥੇ ਤਾਂ ਮਮਨੂਅ ਹੈ, ਅਤੇ ਲਿਹਾਜ਼ਾ ਤੁਸੀਂ ਸਾਡੇ ਨਾਲ ਥੱਲੇ ਆਓ। ਉਹ ਥੱਲੇ ਗਏ। ਅਸਾਂ ਤਾਂ ਆਖਿਆ ਕੋਈ ਸ਼ਾਇਦ ਹੋ ਸਕਦਾ ਨਾਲ ਲੈ ਕੇ ਚੱਲੇ ਨੇ। ਉਹਨਾਂ ਉਹ ਗੱਡੀ ਦੀ ਡਿੱਗੀ ਖੋਲ੍ਹੀ, ਉਹਦੇ ਵਿੱਚ ਡੱਬੇ ਸਨ। ਉਹਨਾਂ ਆਖਿਆ ਡੱਬੇ ਲਓ ਅਤੇ ਇਹਨਾਂ ਦੇ ਵਿੱਚ ਕੂੜਾ ਰੱਖਿਆ ਕਰੋ, ਅਤੇ ਬੁੱਧ ਯਾਨੀ ਕਿ ਗੱਡੀ ਆਵੇ ਕਰੇ ਦੀ ਸਰਕਾਰੀ ਅਤੇ ਉਹ ਲੈ ਜੇ ਕਰੇ। ਪਰ ਸਾਹਿਬ ਇੱਥੋਂ ਤੱਕ ਸੀ ਕਿ ਕਿਸੇ ਕਿਸਮ ਦੀ ਇਨਫੋਰਮੇਸ਼ਨ ਨਹੀਂ ਸੀ ਮੇਰੇ ਕੋਲ। ਇਹ ਵੀ ਜਿਹੜਾ ਹੈ ਨਾ ਸਨ 75 ਔਰ 76 ਦੇ ਲੌਸਟ ਕਾਰਡ ਪਏ ਨੇ, ਪਤਾ ਹੀ ਨਹੀਂ ਸੀ ਇਹਨਾਂ ਨੂੰ ਜਮ੍ਹਾਂ ਕਰਾਈ ਦਾ ਜਾਂ ਕੀ ਇਹਦੀ ਪੋਜੀਸ਼ਨ ਹੈ, ਪ੍ਰੋਸੀਜਰ ਹੈ। ਉਹ ਫਿਰ ਬਾਅਦ ਦੇ ਵਿੱਚ ਬੰਦੇ ਵੀ ਜ਼ਿਆਦਾ ਕਮਿਊਨਿਟੀ ਆਉਂਦੀ ਗਈ ਅਤੇ ਆਸਤਾ ਫਿਰ ਜ਼ੁਬਾਨ 'ਤੇ ਵੀ ਸਿੱਖ ਲਈ। ਅਤੇ ਇਸ ਤਰ੍ਹਾਂ ਬੜੀ ਰਫ ਕਿਸਮ ਦੀ ਜਿਹੜੀ ਹੈ ਨਾ ਪਹਿਲੇ ਜ਼ਿੰਦਗੀ ਸੀ। ਜ਼ਾਹਰ ਉਹ ਜਿਸੇ ਨਵੇਂ ਆਏ ਸਨ ਲੋਕ ਅਤੇ ਸਿੱਧੇ ਸਾਦੇ ਲੋਕ ਸਨ। ਕੁਝ ਕਾਨੂੰਨ ਦਾ ਡਰ ਸੀ, ਕੁਝ ਪਾਕਿਸਤਾਨ ਦੇ ਹਾਲਾਤ ਦੇ ਇਸ ਕਿਸਮ ਦੇ ਸਨ ਲੋਕਾਂ ਦੇ। ਉਹਨਾਂ ਨੂੰ ਪਿੱਛੇ ਦਾ ਵੀ ਖੌਫ ਸੀ ਕਿ ਪਿੱਛੇ ਵੀ ਕੁਝ ਭੇਜਣਾ। ਅਤੇ ਆਵਾਮ ਜਿਹੜੀ ਹੈ ਸਹਿਮੀ ਅਤੇ ਆਪਣੇ ਕੰਮ ਨਾਲ ਗਰਜ਼ ਕੋਈ, ਯਾਨੀ ਕਿ ਅੱਜ ਕੱਲ੍ਹ ਤਾਂ ਦੁਨੀਆ ਬੜੀ ਕਲੈਵਰ ਹੋ ਗਈ ਹੈ ਨਾ। ਅੱਜ ਕੱਲ੍ਹ ਤਾਂ ਨਾਲੇ ਪੇ ਦਲ ਹੈ, ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਹੋ ਗਏ ਲੋਕ ਤੇਜ਼ ਹੁੰਦੇ ਨੇ। ਲੇਕਿਨ ਉਸ ਵਕਤ ਜਿਹੜਾ ਨਾ ਬਹੁਤ ਸਾਦਾ ਲੋਕ ਔਰ ਸਿੱਧੇ ਸਾਦੇ, ਅਤੇ ਅੱਜ ਅਤੇ ਉਸ ਵਕਤ ਵਿੱਚ ਬੜਾ ਫਰਕ ਹੈ। ਇਹ ਪਿਆਰਾ ਸਾਹਿਬ ਮੈਂ 6-7 ਸਾਲ ਤੋਂ ਪਹਿਲੇ ਦੂਸਰੇ ਸ਼ਹਿਰ ਰਿਹਾ, ਮੈਂ ਛੋਟੇ ਸ਼ਹਿਰ, ਅਤੇ ਫਿਰ ਇੱਥੇ ਸ਼ਿਫਟ ਹੋਇਆ ਫਰੈਂਕਫਰਟ। ਜਿਸ ਵਕਤ ਮੈਂ ਆਇਆ ਅਤੇ ਇੱਥੇ ਇੱਕ ਮਸਜਿਦ ਹੁੰਦੀ ਸੀ, ਮੁਹੰਮਦੀ ਮਸਜਿਦ। ਉਹਦੇ ਵਿੱਚ ਹੀ ਜਿੰਨੇ ਫਿਰਕੇ ਆਏ ਨੇ, ਯਾਨੀ ਕਿ ਅਹਿਲੇ ਸੁੰਨਤ ਵਲ ਜਮਾਤ, ਅਹਿਲੇ ਤਸ਼ੀਅ, ਦਿਓਬੰਦੀ, ਸਾਰੇ ਅਸੀਂ ਇਕੱਠੇ ਨਮਾਜ਼ਾਂ ਪੜ੍ਹਦੇ ਸਾਂ ਅਤੇ ਇਕੱਠੇ ਬਹਿਣ ਉੱਠਣ, ਅਤੇ ਬੜਾ ਪਿਆਰ ਇਤਫਾਕ ਅਤੇ ਬੜੀਆਂ ਮੁਹੱਬਤਾਂ। ਲੇਕਿਨ ਉਲਮਾ ਪਾਕਿਸਤਾਨ ਨੂੰ ਆਉਣੇ ਸ਼ੁਰੂ ਹੋ ਗਏ ਅਤੇ ਉਹ ਫਿਰ ਜ਼ਾਹਰ ਨੂਰ ਬਸ਼ਰ ਦਾ ਚੱਕਰ ਸ਼ੁਰੂ ਹੋ ਗਿਆ ਅਤੇ ਉਹ ਡਿਵਾਈਡ ਹੋ ਗਈ ਸਾਰੇ ਕਮਿਊਨਿਟੀ ਜਿਹੜੀ ਹੈ। ਹੁਣ ਇਹ ਵੇ ਕਿ ਸਾਡੀ ਅਹਿਲੇ ਸੁੰਨਤ ਵਲ ਜਮਾਤ ਦੀਆਂ ਵੀ 3-4 ਮਸਜਿਦਾਂ ਨੇ, ਉਹ ਦਿਓਬੰਦੀਆਂ ਦੀਆਂ ਵੀ 3 ਮਸਜਿਦਾਂ ਨੇ, ਅਹਿਲੇ ਤਸ਼ੀਅ ਦੀਆਂ ਵੀ 2 ਮਸਜਿਦਾਂ ਨੇ। ਸਾਰੀ ਕਮਿਊਨਿਟੀ ਡਿਵਾਈਡ ਹੋ ਗਈ, ਨਫ਼ਰਤਾਂ ਵੱਧ ਗਈਆਂ ਨੇ। ਸਮਝ ਲਓ, ਹਾਲਾਂਕਿ ਨਹੀਂ ਸੀ ਹੋਣਾ ਚਾਹੀਦਾ ਕਿ ਪਾਕਿਸਤਾਨੀ ਬਹੁਤ ਜ਼ਿਆਦਾ ਇਹ ਖਿਲਾਰਾ ਪਿਆ ਅਤੇ ਕਮ ਅਜ਼ ਕਮ ਯੂਰਪ ਦੇ ਵਿੱਚ ਜਿਹੜਾ ਨਾ ਸਾਨੂੰ ਇਕੱਠੇ ਹੀ ਰਹਿਣਾ ਚਾਹੀਦਾ ਸੀ। ਲੇਕਿਨ ਇਹ ਕਿ ਸਾਰੀ ਕਮਿਊਨਿਟੀ ਜਿਹੜੀ ਹੈ ਬਦਕਿਸਮਤੀ ਨਾਲ ਡਿਵਾਈਡ ਹੋ ਗਈ। ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੇ ਸਾਡੀ ਨਵੀਂ ਨਸਲ ਇੱਥੇ ਬੱਚੇ ਜਿਹੜੇ ਇੱਥੇ ਪੈਦਾ ਹੋਏ ਨੇ, ਜਵਾਨ ਹੋਏ ਨੇ, ਉਹਨਾਂ ਦਾ ਤਾਲੀਮ ਵੱਲ ਰੁਝਾਨ ਹੈ? ਪਿਆਰਾ ਸਾਹਿਬ ਪਹਿਲੀ ਤਾਂ ਚੀਜ਼ ਜੀ ਇਹ ਵੇ ਕਿ ਜਿਹੜੇ ਸਾਰੇ ਯੂਰਪ ਦੀ ਤਾਲੀਮ ਅਤੇ ਪਾਕਿਸਤਾਨ ਦੀ ਤਾਲੀਮ 'ਚ ਫ਼ਰਕ ਤਾਂ ਆਇਆ ਨਾ, ਸਮਝ ਲਓ। ਲੇਕਿਨ ਇਹ ਵੇ ਕਿ ਬੱਚੇ ਵੀ ਮਾਸ਼ਾਅੱਲਾ ਜਿਹੜੇ ਨੇ, ਕਾਫੀ ਬੱਚੇ ਸਾਡੇ ਵਕੀਲ ਵੀ ਬਣ ਗਏ ਨੇ, ਡਾਕਟਰ ਵੀ ਬਣ ਗਏ ਨੇ ਮਾਸ਼ਾਅੱਲਾ। ਜ਼ਾਹਰ ਤਾਲੀਮ ਵੱਲ ਤਵੱਜੋ ਦਿੱਤੀ ਹੈ ਅਤੇ ਇਸ ਮੁਕਾਮ 'ਤੇ ਪਹੁੰਚੇ ਨੇ। ਅਤੇ ਲੇਕਿਨ ਇਹ ਬੱਚੇ 'ਤੇ ਮੁਨਹਸਰ ਹੁੰਦਾ ਹੈ ਜਾਂ ਘਰ ਦੇ ਮਾਹੌਲ 'ਤੇ ਹੁੰਦਾ ਹੈ ਕਿ ਬੱਚਾ ਆਪੂ ਜਿਹੜਾ ਚੱਲ ਸਕਦਾ ਜਾਂ ਨਹੀਂ ਚੱਲ ਸਕਦਾ।
ਲੇਕਿਨ ਇਹਨਾਂ ਦੀ ਤਾਲੀਮ ਜਿਹੜੀ ਹੈ ਜ਼ਾਹਰ ਹੈ ਤੁਸੀਂ ਬਿਹਤਰ ਮੇਰੇ ਤੋਂ ਜਾਣਦੇ ਹੋ ਕਿ ਇਹ ਕੋਈ ਸ਼ੱਕ ਨਹੀਂ ਇਹਨਾਂ ਦੇ ਇਨਸਾਨ ਦੀ ਯਾਨੀ ਕਿ ਤਰੱਕੀ ਦੇ ਵਿੱਚ ਜਿਹੜਾ ਹੈ ਨਾ ਇਹ ਸਹੀ ਤਾਲੀਮ ਦਿੰਦੇ ਨੇ। ਅਤੇ ਬਾਕੀ ਹੈ ਕਿ ਇਹ ਹੁਣ ਬੱਚੇ 'ਤੇ ਮੁਨਹਸਰ ਹੁੰਦਾ ਕਿ ਬੱਚਾ ਕੀ ਰਿਜ਼ਲਟ ਲਿਆ ਕੇ ਆਉਂਦਾ ਸਮਝ। ਭੱਟ ਸਾਹਿਬ ਇਹ ਦੱਸੋ ਕਿ ਤੁਹਾਡੀ ਨਜ਼ਰ 'ਚ ਜਰਮਨ ਕੌਮ ਕਿਸ ਤਰ੍ਹਾਂ ਦੀ ਹੈ? ਪਿਆਰਾ ਸਾਹਿਬ ਅਗਰ ਇਹ ਸਵਾਲ ਨਾ ਕਰਦੇ ਹੋ ਤਾਂ ਬਿਹਤਰ ਸੀ, ਲੇਕਿਨ ਹੁਣ ਤੁਸੀਂ ਕਰ ਲਿਆ। ਚੀਜ਼ ਇਹ ਸੱਚਾਈ ਬਿਆਨ ਕਰਨੀ ਚਾਹੀਦੀ ਹੈ। ਉਹ ਇਹ ਵੇ ਕਿ ਮੇਰੀ ਨਜ਼ਰ ਦੇ ਵਿੱਚ ਬੜੇ ਮੁਤਅਸਬ ਕਿਸਮ ਦੇ ਲੋਕ ਨੇ, ਖਾਸ ਕਰ ਜਰਮਨ ਜਿਹੜੇ ਨੇ। ਪਹਿਲੀ ਤਾਂ ਗੱਲ ਇਹ ਵੇ। ਦੂਜਾ ਇਹ ਵੇ ਕਿ ਜਿਹੜਾ ਸੁਣਿਆ ਸੀ ਯੂਰਪ ਦੇ ਵਿੱਚ ਇਨਸਾਨੀ ਹਕੂਕ ਤੇ ਲਟਰਮ ਪਟਰਮ, ਲੇਕਿਨ ਇਹਨਾਂ ਦਾ ਜਿਹੜਾ ਇਹਨਾਂ ਨਾਲ ਵਾਸਤਾ ਪਿਆ ਹੈ, ਇਹਨਾਂ ਨਾਲ ਰਹਿਣ ਸਹਿਣ, ਇਹ ਚੀਜ਼ ਨੋਟ ਕੀਤੀ ਹੈ ਕਿ ਕਾਨੂੰਨ ਦੇ ਬੱਝੇ ਜਿਹੜੇ ਨੇ ਨਾ, ਉਹ ਮੇਰਾ ਮਤਲਬ ਹੈ ਕਾਨੂੰਨ ਦੇ ਬੱਝੇ ਨੇ। ਇਸ ਵਜ੍ਹਾ ਤੋਂ ਜਿਹੜਾ ਨਾ ਕਾਨੂੰਨ ਤੇ ਚੱਲਦੇ ਨੇ, ਵੈਸੇ ਜਿਹੜੀ ਹੈ ਨਾ ਉਹ ਗੱਲ ਕੋਈ ਨਹੀਂ ਇਹਨਾਂ ਦੇ ਵਿੱਚ ਜੋ ਅਸਾਂ ਸੁਣੀ ਸੀ। ਇੱਕ ਚੀਜ਼। ਦੂਜੀ ਚੀਜ਼ ਇਹ ਵੇ ਕਿ ਇਹਨਾਂ ਦੀ ਅਸੀਂ ਸੋਚਦੇ ਹਾਂ ਕਿ ਬੜੇ ਜਿਹੜੇ ਇਹ ਨਾਈਸ ਕਿਸਮ ਦੇ ਲੋਕ ਨੇ, ਕਿਸੇ ਨਾਲ ਧੋਖਾ ਫਰੇਬ ਨਹੀਂ ਕਰਦੇ। ਮੇਰੇ ਨਜ਼ਰ ਦੇ ਵਿੱਚ ਪਾਕਿਸਤਾਨ ਤੋਂ ਜ਼ਿਆਦਾ ਜਿਹੜਾ ਹੈ ਨਾ ਇਹ ਧੋਖਾ ਫਰੇਬ ਕਰਦੇ ਨੇ। ਉਹ ਇਸ ਵਜ੍ਹਾ ਤੋਂ ਕਿ ਪਾਕਿਸਤਾਨ ਲੋਕੀ ਆ ਕੇ ਬੰਦੂਕ ਦੇ ਸਿਰ 'ਤੇ ਉਹ ਪੈਸੇ ਖੋਹਦੇ ਨੇ ਜਾਂ ਲੋਕਾਂ ਨਾਲ ਜ਼ਿਆਦਤੀ ਕਰਦੇ ਨੇ। ਇਹ ਜਿਹੜੇ ਨੇ ਕਲਮ ਦੇ ਜ਼ੋਰ ਨਾਲ ਜਿਹੜਾ ਹੈ ਨਾ ਉਹ ਲੋਕਾਂ ਨਾਲ ਵਾਰਦਾਤ ਪਾਉਂਦੇ ਨੇ। ਇਹ ਸੇਮ ਹੀ ਹੈ ਦੋਵਾਂ ਪਾਸੇ। ਭੱਟ ਸਾਹਿਬ ਇਹ ਦੱਸੋ ਕਿ ਸਾਡੀ ਪਾਕਿਸਤਾਨੀ ਕਮਿਊਨਿਟੀ ਇੱਥੇ ਦੀ ਜਿਹੜੀ ਜਰਮਨ ਸਿਆਸਤ ਹੈ ਉਹਦੇ 'ਚ ਅੱਗੇ ਨਹੀਂ ਵਧੀ, ਇਹਦੀ ਕੀ ਵਜ੍ਹਾ? ਪਿਆਰਾ ਸਾਹਿਬ ਦਰਅਸਲ ਅਸੀਂ ਲੋਕ ਜਦੋਂ ਆਏ ਹਾਂ ਅਸੀਂ ਆਏ ਹਾਂ ਆਪਣੇ ਘਰ ਦੀਆਂ ਦੀਵਾਰਾਂ ਸਿੱਧੀਆਂ ਕਰਨ ਵਾਸਤੇ। ਸਮਝ। ਸਾਡਾ ਟਾਈਮ ਜਿਹੜਾ ਜ਼ਾਇਆ ਹੋਇਆ ਨਾ ਉਹ ਪੈਸਾ ਕਮਾਉਣ 'ਤੇ ਔਰ ਵੀਜ਼ੇ ਹਾਸਲ ਕਰਨ 'ਤੇ ਜ਼ਾਇਆ ਹੋਇਆ। ਅਤੇ ਹੁਣ ਮਾਸ਼ਾਅੱਲਾ ਅੱਗੋਂ ਜਿਹੜੀ ਪੌਦ ਹੈ ਜ਼ਾਹਰ ਹੈ ਇਹ ਤਾਂ ਤਰੱਕੀ ਕਰੇਗੀ। ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਪ੍ਰੋਬਲਮ ਕੋਈ ਨਹੀਂ। ਨੈਸ਼ਨੈਲਿਟੀਆਂ ਇਹਨਾਂ ਦੇ ਕੋਲ ਨੇ, ਜ਼ੁਬਾਨਾਂ ਇਹਨਾਂ ਨੂੰ ਤੇ ਜ਼ੁਬਾਨ 'ਤੇ ਵੀ ਅਬੂਰ ਹੈ। ਸਾਨੂੰ ਜ਼ੁਬਾਨ ਦੀਆਂ ਵੀ ਪਰੇਸ਼ਾਨੀਆਂ ਸਨ। ਅਤੇ ਮਾਸ਼ਾਅੱਲਾ ਹੁਣ ਜਿਹੜੇ ਨੇ ਸਾਡੇ ਬੱਚੇ ਜਿਹੜੇ ਨੇ ਦਿਲਚਸਪੀ ਲੈ ਰਹੇ ਨੇ, ਮੁਖਤਲਿਫ ਸ਼ੋਬਿਆਂ ਦੇ ਵਿੱਚ ਜਿਹੜਾ ਜਾ ਰਹੇ ਨੇ ਇਨਸ਼ਾਅੱਲਾ। ਅਤੇ ਹੈ ਨੇ ਚੰਦ ਬੱਚੇ ਜਿਹੜੇ ਜਿਨ੍ਹਾਂ ਦੀ ਰਸਾਈ ਪਾਰਲੀਮੈਂਟ ਤੱਕ ਹੈ ਅਤੇ ਇਨਸ਼ਾਅੱਲਾ ਉਮੀਦ ਰੱਖਣੀ ਚਾਹੀਦੀ ਅੱਛੀ ਦੀ। ਭੱਟ ਸਾਹਿਬ ਇਹ ਤੁਹਾਡਾ ਜਰਮਨੀ ਦੀ ਪਾਕਿਸਤਾਨੀ ਕਮਿਊਨਿਟੀ ਦਾ ਬਹੁਤ ਖਾਸਾ ਲੰਬਾ ਤੁਹਾਡਾ ਤਜਰਬਾ ਹੈ। 43 ਸਾਲ ਤੁਹਾਨੂੰ ਇੱਥੇ ਹੋ ਗਏ ਨੇ। ਇਹ ਮੈਨੂੰ ਦੱਸੋ ਕਿ ਸਾਡੀ ਕਮਿਊਨਿਟੀ ਦੇ ਵਿੱਚ ਇੰਤਸ਼ਾਰ ਦੀ ਕੀ ਵਜ੍ਹਾ ਅਤੇ ਇਹਨਾਂ ਨੂੰ ਮੁਤਹਿਦ ਕਿਸ ਤਰ੍ਹਾਂ ਕੀਤਾ ਜਾ ਸਕਦਾ? ਬੜਾ ਔਖਾ ਜਿਹਾ ਸਵਾਲ ਤੁਸੀਂ ਪਿਆਰਾ ਜੀ ਕਰ ਦਿੱਤਾ ਹੈ। ਵਾਕਿਆ ਮੇਰੇ ਖਿਆਲ ਦੇ ਮੁਤਾਬਕ ਜਿਹੜਾ ਨਾ ਅਸੀਂ ਕੌਮ ਜਿਹੜੀਆਂ ਨਾ ਬੜੀ ਪਸਡਰੇਨ ਰੱਖਦੇ ਹਾਂ। ਅਸੀਂ ਦੂਜੇ ਬੰਦੇ ਨੂੰ ਬਰਦਾਸ਼ਤ ਕਰਨਾ ਜਿਹੜਾ ਨਾ ਉਹ ਗੁਆਰਾ ਹੀ ਨਹੀਂ ਕਰਦੇ। ਅਸੀਂ ਸਮਝਦੇ ਹਾਂ ਜੋ ਕੁਝ ਅਸੀਂ ਹਾਂ ਨਾ ਦੂਸਰਾ ਕੋਈ ਨਹੀਂ ਸਮਝਦੇ। ਹਾਲਾਂਕਿ ਚੀਜ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜੀ ਇਨਸਾਨ 'ਚ ਖੂਬੀ ਹੈ ਨਾ ਉਹਦੀ ਤਾਰੀਫ ਕਰਨੀ ਚਾਹੀਦੀ ਔਰ ਉਸ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ। ਔਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਕਿਸੇ ਨੂੰ ਵੀ ਬਰਦਾਸ਼ਤ ਕਰਨ ਵਾਸਤੇ ਤਿਆਰ ਨਹੀਂ, ਭਾਵੇਂ ਸਾਡੇ ਤੋਂ ਕੋਈ ਸੀਨੀਅਰ ਹੈ ਜਾਂ ਹਰ ਤਰ੍ਹਾਂ ਤੋਂ ਯਾਨੀ ਕਿ ਉਹ ਕਾਬਲ ਹੈ, ਅਸੀਂ ਨਹੀਂ ਮੰਨਣ ਨੂੰ ਤਿਆਰ। ਇਹ ਕੁਦਰਤੀ ਸਾਨੂੰ ਉਹ ਜਮਾਂਦਰੂ ਹੀ ਮੇਰਾ ਮਤਲਬ ਆਉਂਦੇ ਨੇ ਪੰਜਾਬੀ 'ਚ, ਉਹ ਸਾਨੂੰ ਇਸ ਕਿਸਮ ਦੀ ਗੁੜਤੀ ਦਿੱਤੀ ਗਈ ਸਮਝਣਾ। ਬਾਹਰ ਕੈਫ ਹੈ ਕਿ ਕੋਸ਼ਿਸ਼ ਤੇ ਇਹ ਕਿ ਅੱਲਾ ਕਰੇ ਅਤੇ ਆਪਸ ਇਤਫਾਕ ਪਿਆਰ ਨਾਲ ਚੰਦ ਦਿਨ ਦੀ ਜ਼ਿੰਦਗੀ ਹੈ ਅਤੇ ਇਤਫਾਕ ਪਿਆਰ ਨਾਲ ਜਿਹੜਾ ਨਾ ਵਕਤ ਗੁਜ਼ਰੇ। ਲੇਕਿਨ ਇਹ ਮੁਖਤਲਿਫ ਜ਼ੇਨ ਨੇ ਜਿਹੜੇ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਵਾਸਤੇ ਤਿਆਰ ਨਹੀਂ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਜੇ ਤੁਹਾਡੇ ਜ਼ੇਨ ਦੇ ਬੰਦੇ ਜਿਹੜੇ ਨੇ ਉਹ ਮਿਲਣ। ਦੁਨੀਆ ਦੇ ਵਿੱਚ ਰਹਿਣ ਵਾਸਤੇ ਮੁਖਤਲਿਫ ਲੋਕਾਂ ਦੇ ਮੁਖਤਲਿਫ ਜ਼ੇਨਾਂ ਦੇ ਨਾਲ ਤੁਹਾਡੇ ਵਾਸਤੇ ਪੈਂਦੇ ਨੇ। ਅਤੇ ਬਹਾਦਰ ਆਦਮੀ ਉਹ ਹੀ ਹੈ ਜਿਹੜਾ ਬਰਦਾਸ਼ਤ ਦਾ ਮਾਦਾ ਜਿਹੜਾ ਹਰ ਕਿਸਮ ਦੇ ਲੋਕਾਂ ਨੂੰ ਨਾਲ ਲੈ ਕੇ ਟੁਰਦਾ। ਅਤੇ ਉਹ ਤੁਹਾਡੇ ਸਾਹਮਣੇ ਥੋੜ੍ਹੀ ਜਿਹੀ ਮੇਰੀ ਜਿਹੜੀ ਜ਼ਿੰਦਗੀ ਅੱਲਾ ਦੇ ਫਜ਼ਲ ਨਾਲ ਇਹ ਮੈਨੂੰ ਇਸ ਚੀਜ਼ 'ਤੇ ਫਖਰ ਹੈ ਕਿ ਮੈਂ ਹਰ ਕਿਸਮ ਦੇ ਬੰਦੇ ਨਾਲ ਜਿਹੜਾ ਨਾ ਗੁਜ਼ਾਰਾ ਕਰ ਸਕਦਾ। ਭੱਟ ਸਾਹਿਬ ਆਖਰ ਵਿੱਚ ਕੋਈ ਪਾਕਿਸਤਾਨੀ ਕਮਿਊਨਿਟੀ ਦੇ ਨਾਂ 'ਤੇ ਤੁਹਾਡਾ ਪੈਗਾਮ? ਪਿਆਰਾ ਸਾਹਿਬ ਮੇਰੇ ਨਜ਼ਦੀਕ ਜਿਹੜਾ ਹੈ ਨਾ ਉਹ ਇਨਸਾਨ ਆਪਣਾ ਮੁਹਾਸਬਾ ਖੁਦ ਕਰ ਸਕਦਾ। ਚੀਜ਼ ਹੈ ਕਿ ਹਰ ਇਨਸਾਨ ਦੇ ਅੰਦਰ ਇੱਕ ਜ਼ਮੀਰ ਨਾਂ ਦੀ ਚੀਜ਼ ਹੈ ਸਮਝ ਲਓ। ਅਗਰ ਉਹ ਜ਼ਿੰਦਾ ਰਹਿੰਦਾ ਹੈ ਨਾ, ਜ਼ਮੀਰ ਜ਼ਿੰਦਾ ਰਹਿੰਦਾ ਹੈ ਅਤੇ ਉਹ ਤੁਹਾਡਾ ਜ਼ਮੀਰ ਮੁਤਮਿਨ ਹੈ ਅਤੇ ਮੇਰੇ ਖਿਆਲ 'ਚ ਤੁਸੀਂ ਕਾਮਯਾਬ ਹੋ। ਅਤੇ ਅਗਰ ਇਨਸਾਨ ਦਾ ਜ਼ਮੀਰ ਹੀ ਮੁਰਦਾ ਹੈ ਤਾਂ ਜ਼ਾਹਰ ਹੈ ਉਹਨੂੰ ਫਿਰ
ਸਮੈਲ ਨਹੀਂ ਆਉਂਦੀ ਅੱਛਾਈ ਦੀ ਬੁਰਾਈ ਦੀ ਉਹਨੂੰ ਸਮੈਲ ਨਹੀਂ ਆਉਂਦੀ। ਤੇ ਅਗਰ ਜ਼ਮੀਰ ਜ਼ਿੰਦਾ ਹੈ ਨਾ ਤਾਂ ਤੁਹਾਨੂੰ ਮਸ਼ਵਰੇ ਜ਼ਰੂਰ ਦਿੰਦਾ ਰਹਿੰਦਾ ਹੈ। ਅਗਰ ਤੁਹਾਡੇ ਕੋਲ ਕੋਈ ਕੋਤਾਹੀ ਹੁੰਦੀ ਹੈ, ਕੋਈ ਗਲਤੀ ਹੁੰਦੀ ਹੈ ਤਾਂ ਦੱਸਦਾ ਹੈ ਕਿ ਯਾਰ ਇਹ ਤੂੰ ਗਲਤ ਕਰ ਗਏ, ਸਮਝ। ਤੇ ਇਹ ਵੀ ਕਿ ਜਿਹੜੇ ਅੱਛੇ ਇਨਸਾਨ ਹੁੰਦੇ ਨੇ ਉਹਨਾਂ ਦੇ ਮਾਸ਼ਾਅੱਲਾ ਜ਼ਮੀਰ ਜ਼ਿੰਦਾ ਹੁੰਦੇ ਨੇ, ਉਹਨਾਂ ਨੂੰ ਅੱਛੇ ਮਸ਼ਵਰੇ ਤੇ ਅੱਛੀ ਰਾਹ ਤੇ ਲਾਈ ਰੱਖਦੇ ਨੇ। ਤੇ ਇਹ ਮੇਰੀ ਰਿਕੁਐਸਟ ਹੈ ਭਰਾਵਾਂਗੇ ਕਿ ਬਰਾਏ ਮਿਹਰਬਾਨੀ ਆਪਣੇ ਜ਼ਮੀਰ ਨੂੰ ਜ਼ਿੰਦਾ ਰੱਖੋ ਤੇ ਉਹ ਫੈਸਲੇ ਕਰੋ ਜਿਹੜੇ ਤੁਹਾਡੇ ਜ਼ਮੀਰ ਅੱਛੇ ਤੁਹਾਨੂੰ ਫੈਸਲੇ ਕਰਨ ਤੇ ਤਜਵੀਜ਼ ਦੇ ਮਸ਼ਵਰਾ ਦਿੰਦਾ। ਬਟ ਸਾਹਿਬ ਆਖਰ ਤੇ ਮੈਂ ਤੁਹਾਡੇ ਤੇ ਸਵਾਲ ਕਰਨੇ ਆ ਆਪਣੇ ਮੁਤਲਕ। ਕਿਆ ਜਰਮਨੀ ਦੇ ਵਿੱਚ ਜਿਹੜੀ ਪਾਕਿਸਤਾਨੀ ਕਮਿਊਨਿਟੀ ਦੀ ਸਹਾਫਤ ਹੈ ਉਹ ਤੁਹਾਡੀ ਨੁਕਤਾ ਨਜ਼ਰ ਨਾਲ ਆਪਣਾ ਕਿਰਦਾਰ ਸਹੀ ਅਦਾ ਕਰ ਰਹੀ ਹੈ? ਪਿਆਰਾ ਸਾਹਿਬ ਇਹ ਨਾ ਹੀ ਸਵਾਲ ਕਰਦੇ ਤਾਂ ਬਿਹਤਰ ਸੀ। ਵਾਕਿਆ ਇਹਦੇ ਮੁਤਲਕ ਮੇਰੇ ਕੋਈ ਅੱਛੇ ਖਿਆਲਾਤ ਨਹੀਂ ਤੁਹਾਡੇ ਸਹਾਫੀਆਂ ਦੇ ਮੁਤਲਕ। ਯਾਨੀ ਕਿ ਸਹਾਫਤ ਦਾ ਜਿਹੜਾ ਪੇਸ਼ਾ ਹੈ ਨਾ ਉਹ ਇਬਾਦਤ ਹੈ, ਸਮਝਦੇ ਹੋ। ਇਹ ਹੱਕ ਪ੍ਰਸਤੀ ਦਾ ਨਾਂ ਹੈ ਸਹਾਫਤ ਕਰਨਾ, ਸਮਝਦੇ ਹੋ। ਹੱਕ ਦੀ ਗੱਲ ਕਰਨੀ, ਡਾਢੇ ਬੰਦੇ ਦੇ ਮੂੰਹ ਦੇ ਉੱਤੇ ਉਹਨੂੰ ਉਹਦਾ ਜਿਹੜਾ ਉਹਦਾ ਚਿਹਰਾ ਵਿਖਾਉਣਾ। ਲੇਕਿਨ ਬਦਕਿਸਮਤੀ ਨਾਲ ਬਿਲਕੁਲ ਉਲਟ ਪਿਆ ਹੁੰਦਾ। ਹੁਣ ਇਹ ਵੇ ਕਿ ਜਿਹੜਾ ਉਹ ਜਿਹਦੇ ਕੋਲ 4 ਪੈਸੇ ਆ ਜਾਂਦੇ ਨੇ ਉਹ ਕੈਮਰਾ ਖਰੀਦਣ ਵਾਸਤੇ ਉਹ ਲੇਬਲ ਲਾ ਲੈਂਦਾ ਜੀ ਮੈਂ ਸਹਾਫੀ ਬਣ ਗਿਆ। ਔਰ ਉਹਦੇ ਤੋਂ ਚੀਜ਼ ਇਹ ਵੇ ਕਿ ਉਹ ਜੋ ਵੀ ਸਹਾਫਤ ਤੁਹਾਡੇ ਬਰਾਦਰੀ ਕਰ ਰਹੀ ਹੈ ਮਾਸ਼ਾਅੱਲਾ ਮੈਨੂੰ ਤਾਂ ਇਹ ਤੱਕ ਕੋਈ ਨਹੀਂ ਨਜ਼ਰ ਆਇਆ ਜਿਹੜਾ ਕੋਈ ਦਲੇਰ ਆਦਮੀ ਤੇ ਹੱਕ ਦੀ ਗੱਲ ਕਰਨ ਵਾਲਾ ਹੋਵੇ ਜਿਹੜਾ ਮੂੰਹ ਤੇ ਕਿਸੇ ਨੂੰ ਆਖੇ ਕਿ ਤੂੰ ਭਾਈ ਮੇਰਾ ਮਤਲਬ ਇਹ ਗਲਤ ਪਿਆ ਕਰਨਾ। ਖੁਸ਼ਾਮਦੀ ਲੋਕ ਸ਼ਾਮਲ ਹੋਏ ਨੇ, ਸਮਝ ਲਓ। ਚੀਜ਼ ਹੈ ਮੇਰੇ ਨਜ਼ਦੀਕ ਜਿਹੜੇ ਬੰਦੇ 'ਚ ਕਾਬਲੀਅਤ ਹੈ ਕਿਸੇ ਕਿਸਮ ਦੀ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ, ਉਹਨੂੰ ਦਾਦ ਲੱਭਣੀ ਚਾਹੀਦੀ। ਲੇਕਿਨ ਜੇ ਇਹਨਾਂ ਨੂੰ ਤੁਹਾਡੇ ਸਹਾਫਤ ਬਰਾਦਰੀ ਨੂੰ ਕੋਈ ਗੱਲ ਕਵੀ ਜੇ ਨਾ ਤੇ ਇਹ ਬੁਰਾ ਮਨਾ ਜਾਂਦੇ ਨੇ। ਫਿਰ ਇਹ ਕੋਸ਼ਿਸ਼ ਕਰਦੇ ਨੇ ਕਿ ਬੰਦੇ 'ਤੇ ਕੈਮਰਾ ਵੀ ਨਾ ਮਾਰਿਆ ਜਾਏ। ਹਾਲਾਂਕਿ ਅੱਲਾ ਦੇ ਫਜ਼ਲ ਨਾਲ ਅਸੀਂ ਪੁਰਾਣੇ ਲੋਕ, ਸਾਨੂੰ ਅਖਬਾਰਾਂ ਦੀ ਜਾਂ ਕੈਮਰਿਆਂ ਦੀ ਜ਼ਰੂਰਤ ਨਹੀਂ। ਅੱਲਾ ਦੇ ਫਜ਼ਲ ਨਾਲ ਉਂਝ ਹੀ ਬੰਦੇ ਜਾਣਦੇ ਨੇ। ਲੇਕਿਨ ਇਹ ਦੁੱਖ ਜ਼ਰੂਰ ਹੁੰਦਾ ਅਤੇ ਉਹ ਇਹ ਕਿ ਆਪਣੇ ਆਪ ਨਾਲ ਲੜਦੇ ਰਹੇ ਵੀ ਕਿ ਯਾਰ ਇਹਨਾਂ ਲੋਕਾਂ ਨੂੰ ਹੁਣ ਬਰਦਾਸ਼ਤ ਕਰੀਏ ਜੋ ਵੀ ਹੈ ਮੇਰੇ। ਚਲੋ ਮਿਹਰਬਾਨੀ ਸਾਨੂੰ ਬਰਦਾਸ਼ਤ ਕਰੋ, ਸਾਨੂੰ ਬर्दाश्त करो। इमिग्रेशन और तारकीन वतन की खबरों से बाखबर रहने के लिए हमारा YouTube चैनल सब्सक्राइब करें और बेल आइकन को क्लिक करें।